नासिर चनोटी साहब का रोल जिहड़ा छड्डिया होया वो मैं कीता, अन्ने का रोल। उतों मेरी पहचान। उस तो पहले मैं गीज़र एयर कूलर का काम करदा सर। 99 च मैं आया जे ते दुनिया ते या स्टेज। अस्सलाम वालेकुम, मैं हूं ज़ुबैर रहमान। मेरे साथ आज वीडियो में जो शख्सियत मौजूद है किसी भी तारुफ के मोहताज नहीं है। इन्हें पाकिस्तान से बाहर दुनिया भर में देखा जाता है। ये जब स्टेज के ऊपर आते हैं तो लोग ना सिर्फ मुस्कुराते हैं बल्कि तालियां बजाते हैं। बहुत सारे चाहने वाले हैं। हामिद रंगीला साहब, इन्हें कितनी मुश्किलात का सामना करना पड़ा। आज ये जिस मुकाम के ऊपर हैं, इन्हें यहाँ तक पहुँचने में कितने साल लगे। सर बहुत शुक्रिया आपका, आपने टाइम दिया। अच्छा जी, मेहरबानी सर, बड़ी मेहरबानी। सर आप मेरे साथ बैठे हैं, गुस्से में हैं, स्टेज पे आप जाते हैं। नहीं, दुनिया गुस्से ही नहीं। सर इंज दे ही हो। मैं ज़रा, मेरा मुँह ही इंज दा हैगा। अच्छा सर, पहला सवाल यही है कि हामिद रंगीला को पहचान बनाने में कितने साल लगे। मैं सर 99 च मैं आया जे ते दुनिया ते या स्टेज। नहीं 99 ਦੇ ਵਿੱਚ ਮੈਂ ਫੀਲਡ ਦੇ ਵਿੱਚ ਆਇਆ ਤੇ ਜਿਹੜਾ ਆਪਣਾ ਹੈਗਾ ਇਹ ਉਸ ਤੋਂ ਪਹਿਲਾਂ ਮੈਂ ਗੀਜ਼ਰ 에ਅਰ ਕੂਲਰ ਦਾ ਕੰਮ ਕਰਦਾ ਰਿਹਾ ਤੇ ਜਿਹੜਾ 92 ਵਾਲਾ ਸਾਡਾ ਵਰਲਡ ਕੱਪ ਹੈ ਉਸ ਦੌਰਾਨ ਵੀ ਮੈਂ ਜਿਹੜੇ ਛੋਟੇ ਮੋਟੇ ਇਵੈਂਟ ਨੇ ਸਕੂਲਾਂ ਦੇ ਪਲੇ ਜਾਂ ਸ਼ਾਦੀਆਂ ਵਿਆਹਾਂ ਤੇ ਜਿਹੜੇ ਪ੍ਰੋਗਰਾਮ ਹੁੰਦੇ ਨੇ ਉਹ ਮੈਂ ਕਰਦਾ ਰਿਹਾ ਤੇ ਫਿਰ ਮੈਨੂੰ ਤਕਰੀਬਨ ਕੋਈ 4 ਸਾਲ ਤੋਂ ਬਾਅਦ ਪਹਿਲਾ ਕਮਰਸ਼ੀਅਲ ਡਰਾਮਾ ਮਿਲਿਆ ਸੀ ਜਿਹੜਾ ਮੈਂ ਆਊਟ ਆਫ ਸਿਟੀ करके आया ਤੇ ਉਹ ਮੇਰਾ ਪਹਿਲਾ ਕਮਰਸ਼ੀਅਲ ਡਰਾਮਾ ਸੀ ਤੇ ਉਹਦੇ ਤੋਂ ਬਾਅਦ ਦੇ ਵਿੱਚ ਮੈਂ ਫਿਰ ਫੈਸਲਾਬਾਦ ਦੇ ਵਿੱਚ ਮੈਨੂੰ ਪਹਿਲੀ ਵਾਰੀ ਜਿਹੜਾ ਡਰਾਮਾ ਕਮਰਸ਼ੀਅਲ ਮਿਲਿਆ ਉਹ ਸਾਬਰ ਚੌਧਰੀ ਸਾਹਿਬ ਸੀ। ਬੇਗਮ ਬਿਗੜੀ ਜਾਏ ਡਰਾਮੇ ਦਾ ਨਾਮ ਸੀ ਔਰ ਉੱਥੋਂ ਮੇਰਾ ਆਗਾਜ਼ ਸ਼ੁਰੂ ਹੋਇਆ। ਫਿਰ ਉਹ ਕੰਮ ਕਰਦਿਆਂ ਉੱਥੇ ਮੈਨੂੰ 3-4 ਸਾਲ ਇਸੇ ਤਰ੍ਹਾਂ ਹੀ ਐਂਟਰੀਆਂ ਮਿਲਦੀਆਂ ਰਹੀਆਂ ਨੇ। ਫਿਰ ਮੈਂ ਇੱਕ ਡਰਾਮਾ ਰੀਗਲ ਸਿਨੇਮੇ ਦੇ ਵਿੱਚ ਕੀਤਾ ਹੈ ਫੈਸਲਾਬਾਦ, ਬੱਕਰਾ ਸ਼ਰਾਰਤੀ, ਠੀਕ ਹੈ ਜੀ। ਤੇ ਬੱਗਾ ਉਹਦਾ ਪ੍ਰੋਡਿਊਸਰ ਸੀ, ਬੱਗਾ ਕਸਾਈ। ਤੇ ਉਹ ਡਰਾਮੇ ਤੋਂ ਸ਼ੋਹਰਤ ਮਿਲੀ ਬੜੀ ਤੇ ਉਹਦੇ ਤੋਂ ਬਾਅਦ ਫਿਰ ਸਟਰਗਲ ਕਰਦੀ ਚੜ ਗਈ ਜੀ। ਸਟਰਗਲ ਕਰਦਿਆਂ ਫਿਰ ਸ਼ਹਜ਼ਾਦ ਥੀਏਟਰ ਦੇ ਵਿੱਚ ਸਾਡੇ ਡਾਇਰੈਕਟਰ ਅਮਜਦ ਜਵੇਦ ਸਾਹਿਬ, ਅੱਲਾ ਜਨਤਾ 'ਚ ਕਰਦਾ ਹੋਵੇ, ਐਮ ਸਫਦਰ ਸਾਹਿਬ ਨੇ ਫੈਸਲਾਬਾਦ ਦੇ ਬੜੇ ਅੱਛੇ ਡਾਇਰੈਕਟਰ, ਦਿਸ਼ਾਨ ਸਾਹਿਬ। ਉਹ ਅਮਜਦ ਜਵੇਦ ਸਾਹਿਬ ਨੇ ਟੀਮ ਲਾਹੌਰੋਂ ਗਈ ਡਰਾਮਾ ਕਰਨ ਤੇ ਉਹਨਾਂ ਨੇ ਕੋਈ 21-22 ਦਿਨ ਦਾ ਡਰਾਮਾ ਕਰਕੇ ਤੇ ਲਾਹੌਰੋਂ ਟੀਮ ਵਾਪਸ ਆ ਗਈ ਲਾਹੌਰ। ਤੇ ਫਿਰ ਉਹਨਾਂ ਨੇ ਕਿਹਾ ਜੀ ਕਿ ਇੱਥੋਂ ਦੇ ਲੋਕਲ ਮੁੰਡੇ ਬੁਲਾ ਕੇ ਇਸ ਡਰਾਮੇ ਨੂੰ ਕੰਟੀਨਿਊ ਕਰਨਾ 7 ਦਿਨ ਹੋਰ। ਤੇ ਉਹਨਾਂ ਨੇ ਸਫਦਰ ਸਾਹਿਬ ਨੂੰ ਕਿਹਾ ਕੋਈ ਮੁੰਡੇ ਤੇਜ਼ ਚਾਹੀਦੇ ਨੇ ਤੇ ਸਫਦਰ ਸਾਹਿਬ ਨੇ ਮੇਰਾ ਨਾਮ ਲਿਖਾਇਆ। ਉੱਥੇ ਮੇਰੀ ਐਂਟਰੀ ਫਿਰ ਹੁੰਦੀ ਹੈ ਸ਼ਹਜ਼ਾਦ ਥੀਏਟਰ ਦੇ ਵਿੱਚ। ਨਾਸਿਰ ਚਨੋਟੀ ਸਾਹਿਬ ਦਾ ਰੋਲ ਜਿਹੜਾ ਛੱਡਿਆ ਹੋਇਆ ਉਹ ਮੈਂ ਕੀਤਾ, अन्ने का रोल। उतों मेरी पहचान बनी तो फिर मैं अरसा तकरीबन कोई 6 ਤੋਂ 7 साल मैं शहजाद थिएटर ਦੇ ਵਿੱਚ ਕੰਮ ਕੀਤਾ ਹੈ। ਸਰ ਤੁਹਾਨੂੰ ਕਿਵੇਂ ਫੀਲ ਹੋਇਆ ਕਿ ਤੁਸੀਂ ਜੁਗਤਬਾਜ਼ ਹੋ, ਤੁਹਾਨੂੰ ਆਉਣਾ ਚਾਹੀਦਾ ਹੈ ਇਸ ਫੀਲਡ ਦੇ ਵਿੱਚ, ਜਾਂ ਤੁਹਾਨੂੰ ਕਿਸੇ ਨੇ ਦੱਸਿਆ, ਮੋਟੀਵੇਟ ਕੀਤਾ ਕਿ ਭਾਈਜਾਨ ਤੁਸੀਂ ਤੇ ਬੜਾ ਅੱਛਾ ਲੋਕਾਂ ਨੂੰ ਐਂਟਰਟੇਨ ਕਰ ਸਕਦੇ ਹੋ। ਸ਼ਰਾਰਤ ਜਿਹੜੀ ਹੁੰਦੀ ਨਾ ਉਹ ਮਹੱਲੇ ਦੇ ਵਿੱਚ ਸ਼ਰਾਰਤ ਹਰ ਬੱਚਾ ਕਰਦਾ ਹੁੰਦਾ ਹੈ। ਸ਼ਰਾਰਤ ਹੀ ਤਾਂ ਮਤਲਬ ਸ਼ੁਰੂ ਤੋਂ ਕੋਈ ਨਾ ਕੋਈ ਸ਼ਰਾਰਤ ਕਰਦੇ ਰਹੇ ਆ। ਜਿਵੇਂ ਕਿ ਬਾਰਿਸ਼ नहीं पै रही तो एवं लोगों के पानी रोड़ी जा रहे हैं या रंग बना के रोड़ी जा रहे हैं, ठीक है। तो वो फिर मेरे ताए का लड़का वड्डा जिहड़ा उन्हों का नाम जिहड़ा मरहूम अल्लाह जनता च घर करे, उन्हों का नाम सी रियाज शाद। वो सुनियारियां का काम करते सी। उस्ताद चंगीला साहब एक अकैडमी सी फैसलाबाद, उस अकैडमी की तरफों वो ड्रामा करते सी। वो मेरी एक बार दुकान पर आए ने गीज़र एयर कूलर की, तो मैं उन्होंने जो मेरी औकात है मैं उन्होंने खिदमत की थी। उन्होंने मैंने कहा ड्रामे की रिहर्सल हो रही, तुसी उत्थे आना। तो उत्थे मैं जाके जो देखिया तो मैनू फिर कुछ शौक होया कि यह काम मैनू करना चाहिए। शरारतां तो पहलों भी महल्ले च बथेरियां करी दियां सी। उत्थों फिर मेरा यह काम का आगाज़ होया। फिर मैं उस चंगीला आर्ट सोसाइटी जिहड़ी सी उत्थे मैं 350 रुपया मैंबरशिप दी तो मैं उन्होंने सोसाइटी दे विच जिहड़ा उन्हां दा मैंबर बन गया। सर ਜਦੋਂ ਵੀ ਕੋਈ ਨਵਾਂ ਐਕਟਰ ਆਉਂਦਾ ਹੈ ਉਹਦੀਆਂ ਲੱਤਾਂ ਖਿੱਚਣ ਵਾਲੇ ਬਹੁਤ ਸਾਰੇ ਹੁੰਦੇ ਨੇ ਜਿਹੜੇ ਕਹਿੰਦੇ ਨੇ ਕਿ ਕਿਧਰੇ ਸਾਡੇ ਤੋਂ ਅੱਗੇ ਨਾ ਨਿਕਲ ਜਾਏ। ਤੁਹਾਨੂੰ ਵੀ ਇਹ ਚੀਜ਼ਾਂ ਦਾ ਸਾਹਮਣਾ ਕਰਨਾ ਪਿਆ? नहीं, मैं साढ़े सलीम मुराद साहब ने बड़े अच्छे राइटर डायरैक्टर ने गुजरात के, पश्तो फिल्मां भी और उर्दू पंजाबी भी उन्होंने बड़ियां लिखियां। मैं अरसा 4 साल तो
4 ਸਾਲ ਉਹਨਾਂ ਦੇ ਨਾਲ ਮੈਂ ਕੰਮ ਕੀਤਾ ਹੈ ਗੁਜਰਾਤ ਨਦੀਮ ਅਸਗਰ ਜੌੜਾ ਸਾਹਿਬ ਦੇ ਥੀਏਟਰ ਦੇ ਵਿੱਚ ਸਨਮ ਥੀਏਟਰ ਹੁੰਦਾ ਸੀ। ਤੇ ਉਹਨਾਂ ਨੇ ਬੜੀ ਅੱਛੀ ਗੱਲ ਮੈਨੂੰ ਸਮਝਾਈ ਉਹਨਾਂ ਨੇ ਜ਼ਿੰਦਗੀ ਵਿੱਚ, ਮੈਂ ਉਸੇ ਗੱਲ ਤੇ ਮੈਂ ਪਹਿਰਾ ਦੇ ਰਿਹਾ। ਮੈਨੂੰ ਉਹਨਾਂ ਨੇ ਕਿਹਾ ਕਿ ਭੰਡ ਬਣਨਾ ਚਾਹੁੰਦਾ ਹੈ ਜਾਂ ਅਦਾਕਾਰ ਬਣਨਾ ਹੈ। ਮੈਂ ਕਿਹਾ ਉਸਤਾਦ ਜੀ ਮੈਂ ਭੰਡ ਬਣਨਾ ਹੈ। ਉਹਨਾਂ ਕਿਹਾ ਭੰਡ ਦੀ ਇੰਨੀ ਜ਼ਿੰਦਗੀ ਨਹੀਂ ਹੁੰਦੀ, ਅਦਾਕਾਰ ਦੀ ਜ਼ਿੰਦਗੀ ਜ਼ਿਆਦਾ ਹੁੰਦੀ। ਮੈਂ ਕਿਹਾ ਅੱਛਾ ਜੀ ਤੁਸੀਂ ਬਣਾਉਣਾ ਹੈ ਸਾਰਾ ਕੁਝ। ਫਿਰ ਉਹ ਮੈਨੂੰ ਕਹਿੰਦੇ ਨੇ ਖਰਗੋਸ਼ ਬਣਨਾ ਕਿ ਕੱਛੂ ਕੁੰਮਾ ਬਣਨਾ। ਮੈਂ ਕਿਹਾ ਜੀ ਮੈਂ ਖਰਗੋਸ਼ ਬਣਨਾ। ਕਹਿੰਦੇ ਬੇਟੇ ਖਰਗੋਸ਼ ਜਿੰਨਾ ਮਰਜ਼ੀ ਤੇਜ਼ ਹੋਵੇ ਨਾ, ਕਦੀ ਸ਼ਿਕਾਰੀ ਦੇ ਹੱਥ ਆ ਜਾਂਦਾ, ਕਦੀ ਉਹਨੂੰ ਕੁੱਤੇ ਪੈ ਜਾਂਦੇ, ਕਦੀ ਬਾਦ ਲੈ ਜਾਂਦਾ। ਤੇ ਕੱਛੂ ਕੁੰਮਾ ਜਿਹੜਾ ਹੈ ਉਹ ਆਪਣੀ ਮੰਜ਼ਿਲ ਤੇ ਪਹੁੰਚ ਜਾਂਦਾ ਹੈ, ਜਾਂਦਾ ਸਲੋ ਹੈ, ਲੇਕਿਨ ਉਹਦੇ ਉੱਤੋਂ ਟਰੱਕ ਵੀ ਲੰਘ ਜਾਵੇ ਤਾਂ ਉਹ ਫਿਰ ਉੱਠ ਕੇ ਤੁਰ ਪੈਂਦਾ। ਤੇ ਮੈਂ ਉਹਨਾਂ ਨੂੰ ਵਰਬਲੀ ਕਿਹਾ, ਮੈਂ ਕਿਹਾ ਉਸਤਾਦ ਜੀ ਮੈਂ ਫਿਰ ਕੱਛੂ ਕੁੰਮਾ ਬਣਾਂਗਾ। ਤੇ ਮੈਨੂੰ ਨਹੀਂ ਲੱਗਾ ਕਿ ਮੇਰੀਆਂ ਕਿਸੇ ਨੇ ਲੱਤਾਂ ਲੁੱਤਾਂ ਖਿੱਚੀਆਂ ਹੋਣ। ਮੈਂ ਆਪਣੀ ਡਗਰ ਤੇ ਲੱਗਾ, ਮੈਨੂੰ ਟਾਈਮ ਲੱਗਾ ਹੈ 25 ਕੁ ਸਾਲ, ਮੈਨੂੰ 26 ਸਾਲ ਲੱਗੇ ਨੇ ਇਸ ਕੰਮ ਤੇ। ਲੇਕਿਨ ਇਹ ਹੈਗੀ ਕਿ ਮੈਨੂੰ ਛਾਪ ਨਹੀਂ ਹੈਗੀ ਕਿ ਫਲਾਂ ਬੰਦਾ ਇਹਨੂੰ ਲੈ ਕੇ ਆਇਆ, ਫਲਾਂ ਬੰਦੇ ਨੇ ਇਹਦੀ ਸਿਫਾਰਿਸ਼ ਕੀਤੀ ਹੈ। ਇਹ ਐਸਾ ਕੋਈ ਚੱਕਰ ਨਹੀਂ ਹੈਗਾ। ਮੈਂ ਅੱਲਾਹ ਤਾਲਾ, ਨਬੀ ਪਾਕ ਸਰਕਾਰ, ਪੰਜਦਰ ਪਾਕ, ਮੇਰੀ ਮਾਂ ਦੀਆਂ ਜੁੱਤੀਆਂ ਦੀ ਤਫੈਲ, ਮੈਂ ਇੱਥੇ ਤੱਕ ਆਪਣੀ ਮਿਹਨਤ ਦੇ ਨਾਲ ਆਇਆ। ਸਰ ਤੁਸੀਂ ਮਾਸ਼ਾਅੱਲਾ ਬਹੁਤ ਸਾਰੇ ਮੁਲਕਾਂ ਦੇ ਵਿੱਚ ਪਰਫਾਰਮ ਕੀਤਾ ਹੈ, ਬਹੁਤ ਸਾਰੇ ਥੀਏਟਰਸ ਦੇ ਵਿੱਚ ਤੁਸੀਂ ਕੰਮ ਕਰ ਚੁੱਕੇ ਹੋ। ਕਿਹੜੀ ਜਗ੍ਹਾ ਤੇ ਤੁਹਾਨੂੰ ਲੱਗਾ ਕਿ ਯਾਰ ਅੱਜ ਕੰਮ ਕਰਕੇ ਝੱਸ ਆ ਗਈ ਹੈ? ਸਾਡਾ ਬਹੁਤ ਅੱਛਾ ਹਾਲ ਹੈ, ਜਿੱਥੇ ਜਿੱਥੇ ਸਰਕਾਰੀ ਹਾਲ ਬਣੇ ਨੇ ਨਾ, ਕਾੜਾ ਆਰਟ ਕੌਂਸਲ ਹੈ, ਸਾਈਵਾਲ ਆਰਟ ਕੌਂਸਲ ਹੈ, ਬਾਵਲਪੁਰ ਆਰਟ ਕੌਂਸਲ ਹੈ, ਠੀਕ ਹੈ। ਆਰਟ ਕੌਂਸਲ ਦੇ ਜਿਹੜੇ ਹਾਲ ਨੇ, ਜਿਵੇਂ ਇੱਥੇ ਮਾਲ ਰੋਡ ਤੇ ਲਾਹੌਰ ਅਲਹਮਰਾ ਬਣਿਆ, ਇਹ ਸਰਕਾਰੀ ਅਦਾਰੇ ਨੇ ਸਾਰੇ। ਔਰ ਮੈਂ ਅਲਹਮਰਾ ਜਿੰਨਾ ਵੀ ਕੰਮ ਕੀਤਾ ਹੈ ਨਾ, ਮੈਨੂੰ ਬਹੁਤ ਮਜ਼ਾ ਆਇਆ ਕੰਮ ਕਰਨ ਦਾ। ਉਹਦੇ ਤੋਂ ਬਾਅਦ ਮਹਿਫਲ ਥੀਏਟਰ, ਇਹ ਜਿਹੜੇ ਥੀਏਟਰ 'ਚ ਅਸੀਂ ਬੈਠੇ ਹਾਂ, ਇੱਥੇ ਮੈਂ ਬੜਾ ਕੰਮ ਕੀਤਾ। ਤੇ ਉਹ ਬੰਦਾ ਜਦੋਂ ਸਿੰਗਲਾਂ ਡਬਲਾਂ ਕਰਦਾ ਹੁੰਦਾ, ਛੱਕੇ ਮਾਰ ਰਿਹਾ ਹੁੰਦਾ ਨਾ, ਉਸ ਵੇਲੇ ਬੰਦੇ ਨੂੰ ਇਹ ਨਹੀਂ ਯਾਦ ਹੁੰਦਾ ਮੈਨੂੰ ਕਿੱਥੇ ਮਜ਼ਾ ਆਇਆ, ਕਿੱਥੇ ਨਹੀਂ ਮਜ਼ਾ ਆਇਆ। ਸਾਰੇ ਥੀਏਟਰ ਅੱਛੇ ਨੇ, ਸਾਰੇ ਪਾਸੇ ਓਕੇ ਦੀ ਆਵਾਜ਼ ਹੀ। ਸਰ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਮੈਨੂੰ ਟਾਈਮ ਦਿੱਤਾ। ਅਹਿਮਦ ਰੰਗੀਲਾ ਸਾਹਿਬ ਇੰਤਹਾਈ ਮਿੱਠੇ ਨਫੀਸ ਇਨਸਾਨ ਨੇ, ਤੁਸੀਂ ਇਹਨਾਂ ਦੀਆਂ ਗੱਲਾਂ ਸੁਣੀਆਂ ਨੇ, ਡਰਾਮੇ ਤੁਸੀਂ ਇਹਨਾਂ ਦੇ ਵੇਖਦੇ ਰਹਿੰਦੇ ਹੋ। ਅਸੀਂ ਸਿਰਫ ਇੰਨਾ ਕਹਾਂਗੇ ਕਿ ਇਹ ਲੋਕਾਂ ਨੂੰ ਆਪਣੀਆਂ ਦੁਆਵਾਂ ਦੇ ਵਿੱਚ ਯਾਦ ਰੱਖਿਆ ਕਰੋ। ਇਹ ਬੜਾ ਔਖਾ ਕੰਮ ਹੈ ਕਿ ਘਰ ਦੇ ਮਸਲੇ ਮਸਾਇਲ ਨੂੰ ਤੁਹਾਡੇ ਜ਼ਿਹਨ ਦੇ ਵਿੱਚ ਹੋਣ, ਲੇਕਿਨ ਫਿਰ ਵੀ ਤੁਸੀਂ ਸਟੇਜ ਦੇ ਉੱਤੇ ਆ ਕੇ ਲੋਕਾਂ ਨੂੰ ਹਸਾ ਕੇ ਘਰ ਜਾਓ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਅੱਲਾ ਹਾਫਿਜ਼।